अस्सलाम वालेकुम ਵੀਵਰਸ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੀ ਮੇਰੀ ਰੈਸਿਪੀ ਬੜੀ ਵਧੀਆ ਤੇ ਬੜੀ ਮਜ਼ੇਦਾਰ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਤੁਹਾਨੂੰ ਪੂਰੀ ਰੈਸਿਪੀ ਦਾ ਪਤਾ ਚੱਲ ਸਕੇ। ਮੇਰੀ ਵੀਡੀਓ ਵੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਪਤਾ ਚੱਲ ਸਕੇ। ਅੱਜ ਦੀ ਰੈਸਿਪੀ ਵਿੱਚ ਅਸੀਂ ਬਣਾਵਾਂਗੇ ਮਿਲਕ ਕੇਕ। ਕੇਕ ਦੀ ਇਹੋ ਰੈਸਿਪੀ ਬੜੀ ਮਜ਼ੇਦਾਰ ਹੈ। ਵੈਸੇ ਤਾਂ ਕੇਕ ਬਣਾਉਣ ਦਾ ਤਰੀਕਾ ਪਹਿਲਾਂ ਵੀ ਦੱਸ ਚੁੱਕੀ ਹਾਂ, ਲੇਕਿਨ ਮੈਂ ਇੱਕ ਦਫਾ ਫਿਰ ਦੱਸ ਦਿੰਦੀ ਹਾਂ। ਇੱਥੇ ਮੈਂ ਬਣਾਉਣ ਲੱਗੀ ਹਾਂ 2 ਪਾਉਂਡ ਦਾ ਕੇਕ, ਤੇ ਉਹਦੇ ਵਾਸਤੇ ਲਵਾਂਗੀ ਮੈਂ 3 ਅੰਡੇ। ਇੱਕ ਦਰਮਿਆਨਾ ਉਣਾ ਜਿਹਾ ਕੱਪ ਲਵਾਂਗੀ ਮੈਂ ਚੀਨੀ ਦਾ। ਚੀਨੀ ਮੈਂ ਪੀਸੀ ਨਹੀਂ ਹੈਗੀ, ਤੁਸੀਂ ਪੀਸੀ ਹੋਈ ਵੀ ਇਸਤੇਮਾਲ ਕਰ ਸਕਦੇ ਹੋ। ਐਗ ਬੀਟਰ ਦੇ ਨਾਲ ਅੰਡਿਆਂ ਨੂੰ ਤੇ ਚੀਨੀ ਨੂੰ ਚੰਗੀ ਤਰ੍ਹਾਂ ਤੇ ਫੈਂਟ ਲਵਾਂਗੇ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। 1 ਮਿੰਟ ਅੰਡੇ ਫੈਂਟਣੇ ਤੋਂ ਬਾਅਦ ਅਸੀਂ ਹੁਣ ਵਨੀਲਾ ਐਸੈਂਸ ਦੇ 2 ਕਤਰੇ ਪਾਵਾਂਗੇ। 2 ਵੱਡੇ ਚਮਚੇ ਅਸੀਂ ਤੇਲ ਦੇ ਪਾਵਾਂਗੇ ਤੇ ਉਸ ਤੋਂ ਬਾਅਦ ਅਸੀਂ 10 ਮਿੰਟ ਵਾਸਤੇ ਇਹਨੂੰ ਫੈਂਟਾਂਗੇ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਅੰਡੇ ਤੇ ਚੀਨੀ ਚੰਗੀ ਤਰ੍ਹਾਂ ਫੈਂਟਣੇ ਆ, ਜਿੰਨਾ ਅੱਛਾ ਤੁਸੀਂ ਫੈਂਟੋਗੇ ਉਨਾ ਹੀ ਅੱਛਾ ਤੁਹਾਡਾ ਕੇਕ ਬਣੇਗਾ ਤੇ ਨਾਲੇ ਚੀਨੀ ਵੀ ਚੰਗੀ ਤਰ੍ਹਾਂ ਤੇ ਅੰਡਿਆਂ 'ਚ ਰਲ ਜਾਏਗੀ। 10 ਮਿੰਟ ਅੰਡੇ ਤੇ ਚੀਨੀ ਫੈਂਟਣੇ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਗਾੜਾ ਜਿਹਾ ਮੈਦਾ ਸਾਡੇ ਕੋਲ ਤਿਆਰ ਹੋ ਗਿਆ ਵਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਆਂਡੇ ਫੈਂਟਣੇ ਤੋਂ ਪਹਿਲਾਂ ਮੈਂ ਇੱਕ ਦਰਮਿਆਨਾ ਕੱਪ ਮੈਦੇ ਦਾ ਤੇ 1 ਚਾਹ ਵਾਲਾ ਚਮਚਾ ਬੇਕਿੰਗ ਪਾਊਡਰ ਦਾ ਛਾਣ ਕੇ ਰੱਖ ਲਿਆ ਸੀਗਾ। ਛਾਣਿਆ ਹੋਇਆ ਮੈਦਾ ਅਸੀਂ ਅੰਡਿਆਂ 'ਚ ਸ਼ਾਮਿਲ ਕਰ ਦੇਵਾਂਗੇ ਤੇ ਜਿਸ ਵੇਲੇ ਅਸੀਂ ਮੈਦਾ ਪਾਵਾਂਗੇ ਤੇ ਉਸੇ ਵੇਲੇ ਅਸੀਂ ਨੀਮ ਗਰਮ ਜਿਹਾ ਦੁੱਧ ਜਿਹੜਾ 4 ਖਾਣੇ ਵਾਲੇ ਚਮਚੇ ਪਾ ਦੇਵਾਂਗੇ। 3 ਮਿੰਟ ਵਾਸਤੇ ਅਸੀਂ ਚੰਗੀ ਤਰ੍ਹਾਂ ਤੇ ਫੈਂਟਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਰਲ ਜਾਣ। ਤੇ ਇਸ ਤੋਂ ਬਾਅਦ ਅਸੀਂ ਲਵਾਂਗੇ ਇੱਕ ਸਾਂਚਾ। ਸਾਂਚੇ ਦੇ ਵਿੱਚ ਲਾਵਾਂਗੇ ਅਸੀਂ ਤੇਲ ਤੇ ਫਿਰ ਉਹਦੇ ਉੱਤੇ ਲਾਵਾਂਗੇ ਇੱਕ ਪੇਪਰ। ਇੱਕ ਤਾਂ ਮੇਰਾ ਸਾਂਚੇ 'ਚ ਪਾ ਕੇ ਕੇਕ ਬਣਨ ਵਾਸਤੇ ਅਸੀਂ ਮਸ਼ੀਨ 'ਚ ਰੱਖ ਦਾਂਗੇ ਤੇ ਦੂਸਰੀ ਸਾਈਡ ਤੇ ਅਸੀਂ ਬਣਾਵਾਂਗੇ ਰਬੜੀ ਦੁੱਧ। ਤੇ ਉਹਦੇ ਵਾਸਤੇ ਅਸੀਂ ਲਵਾਂਗੇ 1 ਗਲਾਸ ਦੁੱਧ ਦਾ ਤੇ ਉਹਨੂੰ ਉਬਾਲ ਲਵਾਂਗੇ ਤੇ ਜਿਸ ਵੇਲੇ ਉਬਾਲ ਆਉਣ ਲੱਗ ਪਵੇ ਤਾਂ ਸੁੱਕੇ ਦੁੱਧ ਦੇ 2 ਪੈਕਟ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਸੁੱਕੇ ਦੁੱਧ ਨੂੰ ਚੰਗੀ ਤਰ੍ਹਾਂ ਰਲਾ ਲਵਾਂਗੇ। ਸੁੱਕੇ ਦੁੱਧ ਨੂੰ ਰਲਾਉਣੇ ਤੋਂ ਬਾਅਦ ਫਿਰ ਜਦੋਂ ਉਬਾਲ ਆਵੇ ਤਾਂ ਫਿਰ ਤੁਸੀਂ ਚੀਨੀ ਪਾਉਣੀ ਆ ਆਪਣੇ ਜ਼ਾਇਕੇ ਦੇ ਮੁਤਾਬਕ। ਚੀਨੀ ਪਾਉਣੇ ਤੋਂ ਬਾਅਦ ਦੁੱਧ ਨੂੰ ਹਲਕਾ ਜਿਹਾ ਕਾੜ ਲੈਣਾ ਵਾ। ਦੁੱਧ ਕਾੜਦੇ ਹੋਏ ਜਿਸ ਵੇਲੇ 1 ਮਿੰਟ ਹੋ ਜਾਵੇ ਤਾਂ 2 ਚੁਟਕੀ ਇਲਾਇਚੀ ਪਾਊਡਰ ਪਾ ਦੇਣਾ ਵਿੱਚ। ਇਲਾਇਚੀ ਪਾਊਡਰ ਪਾਉਣ ਤੋਂ ਬਾਅਦ ਚੁੱਲ੍ਹਾ ਬੰਦ ਕਰ ਦੇਣਾ ਤੇ ਦੁੱਧ ਨੂੰ ਠੰਡਾ ਹੋਣੇ ਵਾਸਤੇ ਰੱਖ ਦੇਣਾ। ਤੇ ਜਿੰਨੀ ਦੇਰ ਵਿੱਚ ਅਸੀਂ ਰਬੜੀ ਦੁੱਧ ਤਿਆਰ ਕੀਤਾ ਤੇ ਦੂਸਰੇ ਪਾਸੇ ਸਾਡਾ ਕੇਕ ਤਿਆਰ ਹੋ ਗਿਆ ਤੇ ਠੰਡਾ ਵੀ ਹੋ ਗਿਆ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਛੁਰੀ ਦੇ ਨਾਲ ਕੇਕ ਨੂੰ ਕਿਨਾਰਿਆਂ ਤੋਂ ਅਲੱਗ ਕਰਾਂਗੇ ਤੇ ਪਲੇਟ ਵਿੱਚ ਕੱਢ ਲਵਾਂਗੇ। ਤੁਸੀਂ ਵੇਖ ਸਕਦੇ ਹੋ ਕੇਕ ਬੜੇ ਆਰਾਮ ਦੇ ਨਾਲ ਅਸੀਂ ਪਲੇਟ ਵਿੱਚ ਕੱਢ ਲਿਆ ਵਾ ਤੇ ਉੱਪਰ ਲੱਗਾ ਹੋਇਆ ਕਾਗਜ਼ ਵੀ ਅਸੀਂ ਆਰਾਮ ਦੇ ਨਾਲ ਉਤਾਰ ਲੈਣਾ। ਕੇਕ ਦਾ ਉਹ ਹਿੱਸਾ ਜਿਹੜਾ ਬਹੁਤ ਜ਼ਿਆਦਾ ਬਰਾਊਨ ਹੋ ਗਿਆ ਹੋਇਆ ਤਾਂ ਉਸ ਛੁਰੀ ਦੀ ਮਦਦ ਦੇ ਨਾਲ ਉਤਾਰ ਲੈਣਾ ਵਾ। ਕੇਕ ਦਾ ਬਰਾਊਨ ਹਿੱਸਾ ਉਤਾਰਨਾ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈਗਾ, ਜਿਨ੍ਹਾਂ ਲੋਕਾਂ ਨੂੰ ਪਸੰਦ ਆ ਤਾਂ ਉਹ ਇਸੇ ਤਰ੍ਹਾਂ ਇਸਤੇਮਾਲ ਕਰ ਸਕਦੇ ਆ ਕੇਕ ਨੂੰ। ਤੇ ਮੈਨੂੰ ਇੰਨਾ ਜ਼ਿਆਦਾ ਪਸੰਦ ਨਹੀਂ ਹੈਗਾ ਤੇ ਇਸ ਲਈ ਮੈਂ ਬਰਾਊਨ ਹਿੱਸਾ ਸਾਰਾ ਕੇਕ ਦਾ ਉਤਾਰ ਦਿੱਤਾ ਵਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਮੇਰੇ ਕੋਲ ਕੇਕ ਦੇ ਮੇਜ਼ੇ ਦਾ ਇੱਕ ਡੋਂਗਾ ਪਿਆ ਸੀ, ਮੈਂ ਉਹਦੇ ਵਿੱਚ ਕੇਕ ਰੱਖ ਦਿੱਤਾ ਤੇ ਇਸ ਤੋਂ ਬਾਅਦ ਤਿਆਰ ਕੀਤਾ ਹੋਇਆ ਦੁੱਧ ਠੰਡਾ ਹੋ ਗਿਆ ਤੇ ਹੁਣ ਅਸੀਂ ਕੇਕ ਦੇ ਉੱਤੇ ਸਾਰਾ ਪਾ ਦੇਣਾ ਵਾ। ਚਮਚ ਦੇ ਨਾਲ ਦੁੱਧ ਸਾਰਾ ਕੇਕ ਦੇ ਉੱਤੇ ਫੈਲਾ ਦੇਣਾ ਵਾ ਤੇ ਇਸ ਤੋਂ ਬਾਅਦ ਕੇਕ ਚੁੱਕ ਕੇ ਫ੍ਰਿਜ 'ਚ ਰੱਖ ਦੇਣਾ ਵਾ ਠੰਡਾ ਹੋਣੇ ਵਾਸਤੇ। ਜਿੰਨੀ ਦੇਰ ਸਾਡਾ ਕੇਕ ਠੰਡਾ ਹੁੰਦਾ ਉਹ ਦੂਸਰੀ ਸਾਈਡ ਦੇ ਉੱਤੇ ਅਸੀਂ ਕਰੀਮ ਤਿਆਰ ਕਰ ਲੈਣੇ ਆ ਕੇਕ ਲਈ। ਤੇ ਕਰੀਮ ਤਿਆਰ ਕਰਨ ਵਾਸਤੇ ਸਾਨੂੰ ਚਾਹੀਦਾ ਇੱਕ ਪਿਆਲਾ ਤੇ ਉਹਦੇ ਵਿੱਚ ਪਾਵਾਂਗੇ ਅਸੀਂ ਦਰਮਿਆਨਾ ਕੱਪ ਇੱਕ ਕਰੀਮ ਦਾ। ਕਰੀਮ ਨੂੰ ਹੁਣ ਜਿਸ ਵੇਲੇ ਤੁਸੀਂ ਫੈਂਟੋਗੇ ਤਾਂ ਜਿੰਨੀ ਤੁਸੀਂ ਕਰੀਮ ਲਈ ਆ ਤਾਂ ਡਬਲ ਹੋ ਜਾਣਾ ਵਾ। 4 ਤੋਂ 5 ਮਿੰਟ ਵਾਸਤੇ ਅਸੀਂ ਕਰੀਮ ਨੂੰ ਫੈਂਟਾਂਗੇ। ਤੁਸੀਂ ਵੇਖ ਸਕਦੇ ਹੋ 5 ਮਿੰਟ ਕਰੀਮ ਨੂੰ ਫੈਂਟਣੇ ਤੋਂ ਬਾਅਦ ਕਰੀਮ ਸਾਡੀ ਤਿਆਰ ਹੋ ਗਈ ਹੈ। ਕਰੀਮ ਤੁਹਾਡੀ ਤਿਆਰ ਹੋਈ ਹੈ ਜਾਂ ਨਹੀਂ ਉਹ ਇਸ ਤਰ੍ਹਾਂ ਪਤਾ ਚੱਲੇਗਾ ਕਿ ਜਿਸ ਵੇਲੇ ਤੁਸੀਂ ਮਸ਼ੀਨ ਦੇ ਨਾਲ ਕਰੀਮ ਨੂੰ ਫੈਂਟਣ ਦੇ ਉਹ ਤਾਂ ਕਰੀਮ ਦੇ ਉੱਤੇ ਡਿਜ਼ਾਈਨ ਬਣਨਾ ਸ਼ੁਰੂ ਹੋ ਜਾਣ ਤਾਂ ਸਮਝ ਲਓ ਤੁਹਾਡੀ ਕਰੀਮ ਤਿਆਰ ਹੋ ਗਈ ਹੈ। ਤੇ ਦੂਸਰੀ ਸੂਰਤ ਵਿੱਚ ਅਗਰ ਕਰੀਮ ਤੁਸੀਂ ਚੈੱਕ ਕਰਨੀ ਹੈ ਤਾਂ ਕੋਈ ਵੀ ਚੀਜ਼ ਲੈ ਕੇ ਕਰੀਮ ਦੇ ਉੱਤੇ ਹਲਕੀ ਜਿਹੀ ਲਗਾਣੀ ਆ। ਅਗਰ ਤਾਂ ਕਰੀਮ ਦੀ ਨੋਕ ਸਿੱਧੀ ਬਣ ਗਈ ਹੈ ਤਾਂ ਸਮਝ ਲਓ ਕਰੀਮ ਤੁਹਾਡੀ ਬਣ ਗਈ, ਅਗਰ ਨੋਕ ਟੇਢੀ ਹੋ ਗਈ ਤਾਂ ਫਿਰ ਕਰੀਮ ਤੁਹਾਡੀ ਹਲੇ ਨਹੀਂ ਬਣੀ। ਕੇਕ ਵੀ ਠੰਡਾ ਹੋ ਗਿਆ ਤਾਂ ਹੁਣ ਕਰੀਮ ਜਿਹੜੀ ਹੈਗੀ ਹੈ ਕੇਕ ਦੇ ਉੱਤੇ ਲਗਾਵਾਂਗੇ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਛੁਰੀ ਦੇ ਨਾਲ ਕਰੀਮ ਆਹਿਸਤਾ ਆਹਿਸਤਾ ਅਸੀਂ ਸਾਰੇ ਕੇਕ ਦੇ ਉੱਤੇ ਲਗਾ ਦੇਣੀ ਆ। ਮਿਲਕ ਕੇਕ ਬਣਾਉਣ ਲੱਗੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉੱਪਰ ਕਰੀਮ ਵੀ ਲਾਜ਼ਮੀ ਲਗਾਓ। ਮੈਂ ਕਿਉਂਕਿ ਸਾਲਗਿਰਾ ਦਾ ਕੇਕ ਬਣਾਉਂਦੀ ਪਈ ਹਾਂ ਇਸ ਵਾਸਤੇ ਮੈਂ ਉੱਪਰ ਕਰੀਮ ਲਗਾਈ ਹੈ, ਨਾਲੇ ਮੈਨੂੰ ਕਰੀਮ ਪਸੰਦ ਵੀ ਹੈ। ਅਗਰ ਤੁਹਾਨੂੰ ਕਰੀਮ ਪਸੰਦ ਨਹੀਂ ਹੈਗੀ ਤਾਂ ਤੁਸੀਂ ਕਰੀਮ ਨਾ ਲਗਾਓ ਤੇ ਰਬੜੀ ਦੁੱਧ ਦੀ ਮਿਕਦਾਰ ਵੀ ਤੁਸੀਂ ਵਧਾ ਸਕਦੇ ਹੋ ਆਪਣੀ ਪਸੰਦ ਦੇ ਮੁਤਾਬਕ। ਕੇਕ ਨੀਟ ਹੋ ਗਿਆ ਵਾ ਤਾਂ ਹੁਣ ਅਸੀਂ ਇਹਦੀ ਸਜਾਵਟ ਕਰਾਂਗੇ ਤੇ ਮੈਂ ਸਜਾਵਟ ਵਾਸਤੇ ਸਪ੍ਰਿੰਕਲਸ ਇਸਤੇਮਾਲ ਕੀਤੇ ਤੇ ਤੁਸੀਂ ਬਦਾਮ ਤੇ ਪਿਸਤਾ ਵੀ ਇਸਤੇਮਾਲ ਕਰ ਸਕਦੇ ਹੋ ਇਹਦੀ ਸਜਾਵਟ ਵਾਸਤੇ। ਕੇਕ ਬਹੁਤ ਹੀ ਮਜ਼ੇਦਾਰ ਤੇ ਬਹੁਤ ਵਧੀਆ ਬਣਿਆ। ਕੇਕ ਦੀ ਸਜਾਵਟ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਕੁਝ ਵੀ ਲਿਖ ਸਕਦੇ ਹੋ ਉੱਪਰ। ਕੇਕ ਬਹੁਤ ਮਜ਼ੇਦਾਰ ਬਣਿਆ। ਤੁਸੀਂ ਵੀ ਆਪਣੇ ਘਰਾਂ 'ਚ ਇਸੇ ਤਰੀਕੇ ਨਾਲ ਕੇਕ ਬਣਾਏ ਹੋ ਤੇ ਮੈਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕੇਕ ਕਿਸ ਤਰ੍ਹਾਂ ਦਾ ਲੱਗਾ। ਜਿਸ ਵੇਲੇ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਆਖਿਰ ਵਿੱਚ ਘੰਟੀ ਵਾਲਾ ਬਟਨ ਦਬਾਉਣਾ ਨਹੀਂ ਭੁੱਲਣਾ। ਮਿਲਕ ਕੇਕ ਤੁਸੀਂ ਆਪਣੇ ਘਰਾਂ 'ਚ ਜ਼ਰੂਰ ਬਣਾਉਣਾ, ਆਪਣੇ ਬੱਚਿਆਂ ਵਾਸਤੇ, ਆਪਣੇ ਬਜ਼ੁਰਗਾਂ ਵਾਸਤੇ ਤੇ ਮਹਿਮਾਨਾਂ ਵਾਸਤੇ। ਤਾਂ ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਹਾਂ ਐਂਡ। ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।